ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਖਜੂਰੀ ਦੇ ਅੰਦਰ ਵਿਰਾਜਮਾਨ ਗੁਰੂ ਸਵਾਰੇ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਆਓ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਧਰਦੇ ਹੋਏ ਰਸਨਾ ਦੁਆਰਾ ਬੋਲਣਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਫਿਰ ਸਭ ਬਖਸ਼ਿਸ਼ ਕਰੋ ਜੀਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ ਕਿ ਸਾਨੂੰ ਸਭਨਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਏ। ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸੋ ਦਰ ਰਹਿਰਾਸ ਦੇ ਪਾਠ ਤੋਂ ਉਪਰੰਤ ਗੁਰੂ ਘਰ ਦੇ ਸਤਿਕਾਰ ਯੋਗ ਕੀਰਤਨੀਆਂ ਨੇ ਆਪ ਜੀ ਦੇ ਸ਼ਬਦਾਂ ਦਾ ਗਾਇਨ ਆਪ ਜੀ ਦੇ ਸਨਮੁਖ ਕੀਤਾ ਹੈ। ਆਪ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਲੈਣ ਦੇ ਵਾਸਤੇ ਅੱਜ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਪਵਿੱਤਰ ਵਚਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸਮਾਇਮਾਨ ਨੇ, ਉਹਨਾਂ ਪਵਿੱਤਰ ਵਚਨਾਂ ਦੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਵਿਚਾਰ ਕਰੀਏ। ਬਾਬਾ ਫਰੀਦ ਸਾਹਿਬ ਜਿਨ੍ਹਾਂ ਦੀ ਉਮਰ ਇਸ ਸੰਸਾਰ ਦੇ ਅੰਦਰ ਲਗਭਗ 93 ਸਾਲ, ਇਸ ਸੰਸਾਰ ਦੇ ਅੰਦਰ ਬਾਬਾ ਫਰੀਦ ਸਾਹਿਬ ਇਸ ਪੰਜ ਭੂਤਕ ਸਰੀਰ ਦੇ ਅੰਦਰ ਵਿਚਰੇ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਜਨਮ ਸੰਨ 1176 ਦੇ ਵਿੱਚ ਮੁਲਤਾਨ ਦੇ ਕੋਲ ਇੱਕ ਪਿੰਡ ਸੀ ਜਿਸ ਦਾ ਨਾਮ ਹੈ ਖੋਤਵਾਲ। ਉਸ ਖੋਤਵਾਲ ਪਿੰਡ ਦੇ ਅੰਦਰ ਮੁਲਤਾਨ ਦੇ ਕੋਲ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ। ਸੰਨ 1176 ਹੈ ਤੇ ਪਿਤਾ ਦਾ ਨਾਮ ਜੋ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ, ਪਿਤਾ ਦਾ ਨਾਮ ਸੀ ਜਮਾਲੂਦੀਨ ਤੇ ਮਾਂ ਸਤਿਕਾਰਯੋਗ ਜਿਹੜੇ ਸਨ ਉਹਨਾਂ ਦਾ ਨਾਮ ਸੀ ਮਰੀਅਮ। ਪਿਤਾ ਜਮਾਲੂਦੀਨ ਤੇ ਬੀਬੀ ਮਰੀਅਮ ਦੇ ਘਰ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ। ਇਹਨਾਂ ਦਾ ਘਰ ਪਰਿਵਾਰ ਜਿਹੜਾ ਹੈ ਇਹ ਧਾਰਮਿਕ ਜੀਵਨ ਦੇ ਵਿੱਚ ਰੰਗਿਆ ਹੋਇਆ ਪਰਿਵਾਰ ਹੈ। ਮਾਤਾ ਮਰੀਅਮ ਜਿਨ੍ਹਾਂ ਨੇ ਬਾਬਾ ਫਰੀਦ ਸਾਹਿਬ ਦੀ ਪਰਵਰਿਸ਼ ਕੀਤੀ, ਕਿਉਂਕਿ ਛੋਟੀ ਜਿਹੀ ਉਮਰ ਦੇ ਸਨ ਜਦੋਂ ਪਿਤਾ ਜੀ ਉਸ ਖੁਦਾ ਨੂੰ ਕੁਰਬਾਨ ਕਰ ਗਏ ਤੇ ਮਾਂ ਮਰੀਅਮ ਨੇ ਬੜੇ ਪਿਆਰ ਦੇ ਨਾਲ, ਬੜੀ ਪ੍ਰੀਤ ਦੇ ਨਾਲ ਆਪਣੇ ਪੁੱਤ ਦੀ ਪਾਲਣਾ ਕੀਤੀ। ਮਾਂ ਮਰੀਅਮ ਜਿਹੜੇ ਸਨ ਇਹ ਉਸ ਖਾਨਦਾਨ ਦੇ ਨਾਲ ਸੰਬੰਧ ਰੱਖਦੇ ਸਨ ਜਿਸ ਖਾਨਦਾਨ ਦੇ ਵਿੱਚ ਹਜ਼ਰਤ ਅਲੀ ਪੈਦਾ ਹੋਏ। ਇਸ ਲਈ ਧਾਰਮਿਕ ਵਿਅਕਤੀ ਦੇ ਅਸਲ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਪਿਤਾ ਦਾ ਜਿਹੜਾ ਪਿਛੋਕੜ ਹੈ ਉਹ ਕਾਬਲ ਦੇ ਨਾਲ, ਅਫਗਾਨਿਸਤਾਨ ਦੇ ਨਾਲ ਜੁੜਦਾ ਹੈ, ਕਿਉਂਕਿ ਇਹਨਾਂ ਦੇ ਵੱਡੇ ਵਡੇਰੇ ਜਿਹੜੇ ਸਨ
ਉਹਨਾਂ ਦੇ ਵਿੱਚੋਂ ਬਾਦਸ਼ਾਹ ਫਰਕ ਸ਼ਾਹ ਹੋਇਆ। ਉਸ ਫਰਕ ਸ਼ਾਹ ਬਾਦਸ਼ਾਹ ਦੇ ਉੱਤੇ ਜਦੋਂ ਅਬਦਾਲੀ ਨੇ ਹਮਲਾ ਕੀਤਾ, ਉਸ ਸਮੇਂ ਇਹ ਸਾਰਾ ਪਰਿਵਾਰ ਕਾਬਲ ਤੋਂ ਉੱਠ ਕੇ ਮੁਲਤਾਨ ਦੇ ਕੋਲ ਖੋਤਵਾਲ ਪਿੰਡ ਦੇ ਵਿੱਚ ਆ ਕੇ ਵਸ ਗਿਆ। ਹੁਣ ਦੋਵੇਂ ਘਰਾਣੇ ਬੜੇ ਮਹਾਨ ਨੇ। ਮਾਂ ਮਰੀਮ ਨੇ ਬੜੇ ਠੀਕ ਦੇ ਨਾਲ ਆਪਣੇ ਪੁੱਤ ਨੂੰ ਇਸਲਾਮ ਦੀ ਸਿੱਖਿਆ ਦਿੱਤੀ ਹੈ ਕਿ ਕਿਸੇ ਤਰ੍ਹਾਂ ਇਹ ਮੇਰਾ ਬੱਚਾ ਇੱਕ ਧਰਮ ਵਾਲੇ ਪਾਸੇ ਲੱਗ ਜਾਏ, ਇਹਦੇ ਅੰਦਰ ਰੂਹਾਨੀਅਤ ਪੈਦਾ ਹੋ ਜਾਏ। ਤੇ ਜਿਵੇਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਲਾਲਚ ਦੇ ਕੇ ਕਹਿੰਦੇ ਹਾਂ, ਜੇ ਤੂੰ ਪਾਣੀ ਕੱਢ ਕਰ ਲੈ ਮੈਂ ਤੈਨੂੰ ਆਹ ਕੁਝ ਲੈ ਕੇ ਦੇਵਾਂਗਾ, ਜੇ ਤੂੰ ਗੁਰਦੁਆਰੇ ਜਾਣਾ ਸ਼ੁਰੂ ਕਰ ਲੈ, ਪੰਜਾਂ ਪਿਆਰਿਆਂ ਦੇ ਨਾਮ, 10 ਗੁਰੂਆਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, ਹੋਰ ਬਾਣੀ ਦੇ ਸ਼ਬਦ ਕੰਠ ਕਰ ਲੈ, ਤੈਨੂੰ ਇਹ ਕੁਝ ਮੈਂ ਲੈ ਕੇ ਦੇਵਾਂਗਾ। ਬੱਚਾ ਲਾਲਚ ਵਸ ਉਹ ਗੁਰਦੁਆਰੇ ਆਉਣ ਲੱਗ ਜਾਂਦਾ ਹੈ, ਉਹ ਆਪਣੇ ਇਤਿਹਾਸ ਨਾਲ ਜੁੜ ਜਾਂਦਾ ਹੈ, ਗੁਰੂ ਨਾਲ ਜੁੜ ਜਾਂਦਾ ਹੈ। ਮਾਂ ਮਰੀਮ ਨੇ ਆਪਣੇ ਬੱਚੇ ਨੂੰ ਬਚਪਨ ਦੇ ਵਿੱਚ ਧਰਮ ਦੀ ਗੁਰਕੀ ਦਿੱਤੀ ਹੈ। ਜਦੋਂ ਆਪਾਂ ਇਹਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਕਈ ਵਿਦਵਾਨਾਂ ਨੇ ਇਹ ਲਿਖਿਆ, ਕਹਿੰਦੇ 8 ਸਾਲ ਦੀ ਉਮਰ ਸੀ ਜਦੋਂ ਬਾਬੇ ਫਰੀਦ ਨੇ ਕੁਰਾਨ ਮਜੀਦ ਦੀ ਕੰਠ ਕਰ ਲਈ। 16 ਸਾਲ ਦੀ ਉਮਰ ਹੈ ਜਦੋਂ ਬਾਬਾ ਫਰੀਦ ਸਾਹਿਬ ਨੇ ਹੱਜ ਵੀ ਕਰ ਲਿਆ ਤੇ ਹਾਜੀ ਵੀ ਬਣ ਗਿਆ। ਜਿਹੜਾ ਕੁਰਾਨ ਮਜੀਦ ਕੰਠ ਕਰ ਲੈ ਉਹਨੂੰ ਆਲਮ ਫਾਜ਼ਿਲ ਮੰਨਿਆ ਜਾਂਦਾ ਸੀ ਕਿ ਇਹਦੇ ਤੇ ਖੁਦਾ ਦੀ ਕਿਰਪਾ ਹੈ, ਇਹਦੇ ਤੇ ਅੱਲਾਹ ਤਾਲਾ ਦੀ ਰਹਿਮਤ ਹੈ। ਬਾਬਾ ਫਰੀਦ ਸਾਹਿਬ ਜਦੋਂ ਬੰਦਗੀ ਕਰਦੇ ਸਨ, ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਮੁਸਲਮਾਨ ਭਰਾ ਬੰਦਗੀ ਕਰਦੇ ਆ ਨਾ, 5 ਨਮਾਜ਼ਾਂ 5 ਵਕਤ, 5 ਪੰਜੇ 9, 5 ਨਮਾਜ਼ਾਂ ਦੇ 5 ਵਕਤ ਨੇ ਤੇ ਵੱਖੋ ਵੱਖਰੇ ਸਮੇਂ ਉਹ 5 ਨਮਾਜ਼ਾਂ ਪੜ੍ਹੀਆਂ ਜਾਣੀਆਂ। ਔਰ ਜਦੋਂ ਮੁਸਲਮਾਨ ਭਰਾ ਨਮਾਜ਼ ਪੜ੍ਹਦੇ ਨੇ ਨਾ, ਉਹ ਆਪਣੇ ਥੱਲੇ ਮੁਸੱਲਾ ਵਿਛਾਉਂਦੇ ਨੇ। ਉਹ ਮੁਸੱਲਾ ਜਿਹੜਾ ਜਿਵੇਂ ਇਹ ਚਟਾਈ ਵਿਛੀ ਹੋਈ ਹੈ, ਇਸ ਤਰ੍ਹਾਂ ਦਾ ਮੁਸੱਲਾ ਬਣਿਆ, ਉਹਨੂੰ ਧਰਤੀ ਤੇ ਵਿਛਾ ਕੇ ਉਹਦੇ ਉੱਤੇ ਬੈਠ ਕੇ ਫਿਰ ਮੁਸਲਮਾਨ ਭਰਾ ਬੰਦਗੀ ਕਰਦੇ ਨੇ, ਨਮਾਜ਼ ਅਦਾ ਕਰਦੇ ਨੇ। ਬਾਬੇ ਫਰੀਦ ਦੀ ਮਾਂ ਨੇ ਕੀ ਕੀਤਾ, ਜਦੋਂ ਉਹ ਬੰਦਗੀ ਵਿੱਚ ਲੱਗਦੇ ਸਨ, ਭਗਤੀ ਵਿੱਚ ਜੁੜਦੇ ਸਨ, ਸਿਮਰਨ ਕਰਦੇ ਸਨ, ਉਹਨਾਂ ਦੇ ਮੁਸੱਲੇ ਦੇ ਹੇਠ ਕਦੇ ਉਹਨਾਂ ਨੇ ਸ਼ਹਿਦ ਪਾ ਕੇ ਕਿਸੇ ਭਾਂਡੇ ਵਿੱਚ ਰੱਖ ਦੇਣੀ, ਕਦੇ ਉਹਨਾਂ ਨੇ ਖੰਡ ਸ਼ੱਕਰ ਰੱਖ ਦੇਣੀ, ਕਦੇ ਸ਼ਹਿਦ ਰੱਖ ਦੇਣਾ, ਕਦੇ ਮਾਦਾ ਦੁੱਧ ਰੱਖ ਦੇਣਾ ਕਿ ਮੇਰਾ ਪੁੱਤ ਜਦੋਂ ਬੰਦਗੀ ਤੋਂ ਵਿਹਲਾ ਹੋਵੇਗਾ ਤੇ ਉਦੋਂ ਇਹ ਸ਼ੱਕ ਲਿਆ ਕਰੇਗਾ ਕਿ ਨਿਤਾ ਪ੍ਰਤੀ ਦਾ ਕਰਮ ਹੋ ਗਿਆ। ਬਾਬਾ ਜੀ ਬੰਦਗੀ ਕਰਦੇ ਰਹੇ, ਸਿਮਰਨ ਕਰਦੇ ਰਹੇ। ਇੱਕ ਦਿਨ ਬੰਦਗੀ ਕਰਕੇ ਵਿਹਲੇ ਹੋਏ ਤੇ ਇਹਨਾਂ ਨੇ ਨਾ ਅੱਜ ਦੁੱਧ ਛਕਿਆ, ਨਾ ਹੋਰ ਕੋਈ ਵਸਤੂ ਮੁੱਖ ਚੁਕਾਈ ਹੈ। ਜੋ ਕੁਝ ਮਾਂ ਨੇ ਮੁਸੱਲੇ ਦੇ ਕੋਲ ਰੱਖਿਆ ਸੀ, ਇਹਨਾਂ ਨੇ ਕੁਝ ਛਕਿਆ ਨਹੀਂ। ਤੇ ਮਾਂ ਮਰੀਮ ਨੇ ਆਖਿਆ, ਪੁੱਤਰ ਜੀ ਅੱਜ ਤੁਸੀਂ ਕੁਝ ਛਕਿਆ ਕਿਉਂ ਨਹੀਂ ਹੈ? ਅੱਗੇ ਹਰ ਰੋਜ਼ ਬੰਦਗੀ ਤੋਂ ਵਿਹਲੇ ਹੋ ਕੇ ਜੋ ਮੈਂ ਕੋਈ ਤੁਹਾਡੇ ਰੱਖ ਦਿੰਦੀ ਸਨ, ਉਹ ਤੁਸੀਂ ਛਕ ਲੈਂਦੇ ਸੀ, ਅੱਜ ਕਿਉਂ ਨਹੀਂ ਛਕਿਆ? ਤੇ ਬਾਬੇ ਫਰੀਦ ਨੇ ਉਹ ਜਿਹੜੇ ਬਚਨ ਕੀਤੇ ਉਹਨਾਂ ਨੂੰ ਬਾਣੀ ਵਿੱਚ ਦਰਜ ਕੀਤਾ। ਉੱਥੇ ਬਚਨ ਕਰਦੇ ਨੇ, ਮਾਂ ਮੇਰੀਏ ਇਹ ਜਿਹੜੀਆਂ ਵਸਤੂਆਂ ਤੂੰ ਰੱਖਦੀ ਸਾਂ, ਇਹਨਾਂ ਵਿੱਚ ਬੜੀ ਮਿਠਾਸ ਹੁੰਦੀ ਸੀ, ਇਹ ਬਹੁਤ ਸਵਾਦਿਸ਼ਟ ਹੁੰਦੀਆਂ ਸਨ, ਪਰ ਅੱਜ ਮੈਂ ਤੇਰੇ ਨਾਲ ਇੱਕ ਬਚਨ ਸਾਂਝਾ ਕਰਨਾ ਚਾਹੁੰਦਾ। ਅੱਜ ਮੈਨੂੰ ਜਿਹੜਾ ਸਵਾਦ ਆਇਆ ਹੈ ਨਾ, ਉਹ ਇੰਨਾ ਮਿੱਠਾ ਹੈ, ਇੰਨਾ ਸਵਾਦ ਤੋਂ ਪਿਆਰਾ ਹੈ ਕਿ ਉਸ ਰਸ ਦੇ ਸਾਹਮਣੇ ਆਹ ਜਿਹੜੇ ਪਦਾਰਥਾਂ ਦੀ ਮਿਠਾਸ ਹੈ ਅੱਜ ਫਿੱਕੀ ਪੈ ਗਈ। ਉੱਥੇ ਬਚਨ ਕੀਤੇ, ਖਰੀਦਾ ਖੰਡ ਨਿਵਾਕ ਗੁੜ, ਮੱਖ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਬੁੱਝਣ ਦੁੱਧ। ਅੱਜ ਮੈਨੂੰ ਨਾਮ ਦਾ ਰਸ ਐਸਾ ਆ ਗਿਆ
कि मैनू अब खंड तो भी ज्यादा स्वाद आया तो शक्कर भी मेरे सामने फिक्री हो गई। अब शहद भी फिक्का पै गया, मादा दुध भी फिक्का पै गया। जेड़ा स्वाद नाम दे विचों सिमरन दे विचों आया है। हुण ये बाबा फरीद साहब का वचन है श्लोकां दे अंदर जेड़े गुरमुख बाणी पढ़ते उन्होंने पता है। थोड़ा जिहा मैं जिक्र करा रूहानियत किवें प्राप्त हुई है। एक फकीर होया जिसका नाम सी शम्स तबरेज। शम्स तबरेज जेड़ा ये बड़ा बंदगी वाला फकीर दार्शनिक पुरख है, ये तत्व वेता है। एक दिन ये शम्स तबरेज मौलाना रूम दे कोल गया। मौलाना रूम अपने हाथ में किताब लैके पढ़ रहा। कहते शम्स तबरेज वाल कोई ध्यान ना दिता। कुछ समा जदों रुके शम्स तबरेज ते कहन लगे मौलाना एक की पढ़दा पे। उन्हें आख्या तू फकीर मैं जा किते जाके भिखिया मंगदा फिर खैर पाउणगे लोग ढोली विच जा तुरया फिर तेरे बस दी ये गल नहीं है। इल्म सीखना किताबां पढ़नियां तेरे बस की गल नहीं। कहते शम्स तबरेज को पहुंचा गया फकीर उन्हें ऐसी दृष्टि उस किताब से पाई। मौलाना रूम के हाथ में किताब सी सड़ के सवा हो गई। मौलाना रूम ने आख्या कि शम्स तबरेज कहता जिन्हों तू जानता नहीं है वो है। बोलो सतनाम श्री वाहिगुरू। हुण उथों जिहड़ी गल बनी ना मौलाना रूम नूं रूहानियत प्राप्त हुई शम्स तबरेज दे कोले। ते जदों रूहानियत मिल गई ना मौलाना रूम भ्रमण करता करता एक दिन खोतवाल पिंड दे विच पहुंचिया। खोतवाल पिंड विच जदों गया पिंड वालियां नूं पुछया इत्थे कोई अल्लाह की बंदगी करने वाला है, इत्थे कोई बंदगी सिमरन करने वाला कोई है। पिंड वालियां ने आख्या इत्थे एक बच्चा है फरीद ओदा नाम है, ओनू कुरान मजीद कंठ है, वो बड़ी बंदगी करता बड़ा सिमरन करता है। ते मौलाना रूम इस बच्चे बाबा फरीद नूं मिलण चला गया। जब मिलिया इस मौलाना रूम ने ये वही मौलाना रूम है जिन्हें मसन भी लिखी है, बड़ी फेमस उन्होंने ये किताब है, धर्म की दुनिया में वसन वाले सारे पढ़ते हैं। हुण मौलाना रूम ने एक अनार जिहड़ा सी बाबे फरीद नूं दिता। आख्या इस दाने कढ के इस अनार से सारियां नूं वंड दे। कहंदे दाने कढ के बाबे फरीद ने जदों सबना नूं वंड दिते एक दाना धरती ते डिग्गा। वो दाना डिग्गिया होया धरती तो मुख विच पाया। ऐसा रूहानियत दा रस आया मुख तो कहन लगे मौलाना एक दाने विच इन्ना रस है मैं क्यों वंड बैठा। जे इन्ना रस एक दाने विच है तो सारा अनार मैं खा लैंदा। कहंदे मौलाना रूम दे वचन सन बच्चा जेड़ा तेरे खेसे दा है ये बख्शिश ये रहमत ओदे विच ही सी। बाकी दाणियां दे विच हो सकदा तैनूं रहमत ना मिलदी, हो सकदा सारा अनार खा के वो रूहानियत ना प्राप्त हुंदी जिहड़ी तैनूं एक दाणे विचों प्राप्त हो गई। बोलो सतनाम श्री बाबा फरीद साहब इवें बंदगी विच लगे ने। उन्हां ने हुण गुरु किनूं धारण कीता। ये मुख्तार काकी जिहड़ा है इनू अपना मुर्शद धारण कर लिया। मुर्शद धारण करके पाक पटन की धरती तो ये दिल्ली की धरती ते आ गए। दिल्ली की धरती ते बड़ा लंबा समा बाबा फरीद साहब ने बतीत किया। ते जदों काका बख्तियार काकी जदों पंज भूतक शरीर नूं त्याग के सदा लई उस खुदा दे विच अभेद हो गया ते कहंदे उदों गद्दी ते जिन्हां नूं बिठाया वो गद्दी ते बैठण वाला बाबा फरीद है। बोलो सतनाम श्री। ओदी गद्दी दा मालक बाबा फरीद साहब बन गए। ये दिल्ली की धरती ते रहे। दिल्ली की धरती तो फिर हासी आ गए। हासी की एक इस्लाम का बड़ा बड़ा केंद्र सी। उत्थे बहुत समा इन्हां ने बतीत किया। मैं बेनती करा पंजाब की धरती फरीदकोट की धरती नूं भी बाबा फरीद ने भाग लाए ने। मुड़ पाक पटन विच गए ने। पाक पटन की धरती तो
अरब देशां की यात्रा लगभग विद्वानां ने लिखिया कोई 18-20 साल लगातार इन्होंने भ्रमण किया, फिर अखीर टिक गए पाकपटन की धरती ते जिथे 93 साल की उम्र उन्होंने इस तन दे विच हंडाई, क्योंकि 1173 का उन्हों का जन्म है ते 1266 का उन्हों का देहांत विद्वानां ने लिखिया। 93 साल की उम्र सन। मैं कल भी बेनती नहीं चल की होनी कि बाबा कबीर साहब जिहड़े सन उन्हों का 1398 का जन्म से और 1500 वो किथे जाके देखो 18 ईस्वी दे 120 साल उम्र बाबे कबीर ने इस संसार दे विच हंडाई है। ऐसे महापुरख क्यों? क्योंकि इन्हां दीयां उम्रां वडेरियां दा कारण बड़ा वड्डा सी। साडे वर्गा इन्हां दा खाना नहीं सी, इन्हां दा पहनना नहीं सी, इन्हां दा खाना पीना जिहड़ा सी वो अल्प आहार, सुल्प सी निंदरा, दया शिवा तन प्रीत, शील संतोख सदा निर्वैभो, हवै बहुत रह गुण अतीत। अल्प आहार छकदे सन, थोड़ा खाना, थोड़ा सोना, सादा पहनना, कोई ज्यादा शौक नहीं, तड़क भड़क वाली जिंदगी नहीं, सादे जीवन के मालक हुंदे सन। इस करके इन्हां रब्बी पुरखां की उम्र वडेरी। गुरु घर नूं माण है कि बाबा बुढ़ा जी 125 साल की उम्र इस संसार दे विच मान के गए ने। मैं दूर ना जावां, बाबा फरीद साहब दे जिहड़े वचन गुरु ग्रंथ साहब के अंदर आए ने गुरमुखो, उन्हां वल थोड़ी जी झात मैं उन्हां दे परिवार वाल पहला दवा दा। बाबा फरीद जी दे 2 भरा ने, एक उन्हां दी भैन है। बाबा फरीद जी दे 5 पुत ने, 3 उन्हां दीयां धीआं ने। बाबा फरीद साहब ने गुरु ग्रंथ साहब जी के अंदर 130 श्लोक उन्हां दे तुसीं पढ़दे हो। 130 श्लोकां दे विच 18 श्लोक सतगुरु महाराज जी ने नाल रला के उच्चारण किए ने। 112 श्लोक बाबा फरीद साहब दे ने ते 18 सतगुरु महाराज जी दे विच जमा कर दईए ते कुल श्लोकां की गिनती बनती है 130। बाबा फरीद साहब दे 130 श्लोकां तो बिना 4 शब्द धन श्री गुरु ग्रंथ साहब दे पावन सदरूप के अंदर सुभाएमान ने। बोलो सतनाम श्री वाहिगुरू। फिर कृपा करो सतनाम श्री वाहिगुरू। क्या कोई ठीक है? आवाज नहीं निकल रही। बोलो सतनाम श्री वाहिगुरू। हुण गल बनी, जागते रहोगे तो मैं जागदा रहां, मैं भी सौ जाना। बोलो सतनाम श्री वाहिगुरू। बाबा फरीद साहब ने 4 शब्द उच्चारण किए ने। 2 शब्द उन्हां दे आसा राग दे विच तुसीं पढ़ोगे, 2 शब्द उन्होंने सुरही राग विच उच्चारण किए ने। 2 शब्द जेड़े